ਹੈਲੋ ਫਰੈਂਡਸ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਰਿਲੇਟਡ ਇੰਪੋਰਟੈਂਟ MCQ। ਪਿਛਲੀ ਵੀਡੀਓ ਦੇ ਵਿੱਚ ਆਪਾਂ ਲਿਮਟ ਨਾਲ ਰਿਲੇਟਡ MCQ ਡਿਸਕਸ ਕੀਤੇ ਸੀ। ਤਾਂ ਸਟਾਰਟ ਕਰਦੇ ਹਾਂ ਪਹਿਲੇ ਸਮ ਤੋਂ। ਫਾਈਂਡ ਦਾ ਆਰਡਰ ਐਂਡ ਦਾ ਡਿਗਰੀ ਆਫ ਦਾ ਡਿਫਰੈਂਸ਼ੀਅਲ ਇਕੁਏਸ਼ਨ। ਇਸ ਦਾ ਆਰਡਰ ਦੱਸਣਾ ਤੇ ਡਿਗਰੀ ਦੱਸਣੀ ਆ। ਆਰਡਰ ਤਾਂ ਸਾਨੂੰ ਪਤਾ ਹਾਈਐਸਟ ਡੇਰੀਵੇਟਿਵ ਜਿਹੜਾ ਹੁੰਦਾ ਉਹ ਆਰਡਰ ਹੁੰਦਾ, ਤੇ ਇਸ ਦਾ ਜੋ ਆਰਡਰ ਆ ਗਿਆ ਉਹ ਕੀ ਆ ਗਿਆ 2। ਜਦੋਂ ਵੀ ਆਪਾਂ ਡਿਗਰੀ ਦੇਖਣੀ ਆ ਉਦੋਂ ਜਿਹੜੇ ਡੇਰੀਵੇਟਿਵ ਹੁੰਦੇ ਨੇ ਉਹਨਾਂ ਦੀ ਪਾਵਰ ਜਿਹੜੀ ਹੈਗੀ ਆ ਉਹ ਫਰੈਕਸ਼ਨ ਵਗੈਰਾ ਨਹੀਂ ਹੋਣੀ ਚਾਹੀਦੀ, ਫਰੈਕਸ਼ਨ ਜਾਂ ਸਕੁਏਅਰ ਰੂਟ ਵਗੈਰਾ 'ਚ ਨਹੀਂ ਹੋਣੀ ਚਾਹੀਦੀ, ਕਿਊਬ ਰੂਟ /'ਚ, ਜਿਵੇਂ ਫਰੈਕਸ਼ਨ 5/3 ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਡਿਗਰੀ ਦੇਖਣ ਤੋਂ ਪਹਿਲਾਂ ਇਹ ਰਿਮੂਵ ਕਰਨੇ ਜ਼ਰੂਰੀ ਹੁੰਦੇ ਨੇ। ਤਾਂ ਇਸ ਦੇ ਵਿੱਚ ਇਹ ਫਰੈਕਸ਼ਨ ਕਿਵੇਂ ਰਿਮੂਵ ਹੋਏਗੀ? ਅਗਰ ਮੈਂ ਇਸ ਦਾ ਬੋਥ ਸਾਈਡ ਕਿਊਬ ਕਰਦਾ ਤਾਂ ਇਹ ਜਿਹੜੀ ਫਰੈਕਸ਼ਨ ਹੈ ਇਹ ਰਿਮੂਵ ਹੋ ਜਾਏਗੀ। ਠੀਕ ਹੈ, ਕਿਊਬ ਕਰਨ ਤੋਂ ਬਾਅਦ ਇਹ ਬਣ ਜਾਏਗਾ ਡਬਲ ਡੇਰੀਵੇਟਿਵ ਰੇਜ਼ ਟੂ ਪਾਵਰ 3, ਇੱਧਰ ਆ ਜਾਏਗਾ 1 + dy/dx ਰੇਜ਼ ਟੂ ਪਾਵਰ 4 ਰੇਜ਼ ਟੂ ਪਾਵਰ 5। ਤਾਂ ਇਸ ਦੇ ਵਿੱਚ ਜੋ ਹਾਈਐਸਟ ਆਰਡਰ ਹੈ ਉਹਦੀ ਜਿਹੜੀ ਪਾਵਰ ਹੈ ਉਹ 3 ਹੈ ਨਾ, ਅਤੇ ਇਹਦੀ ਡਿਗਰੀ ਕੀ ਆ ਗਈ ਫਿਰ 3 ਆ ਗਈ, ਕਿਉਂਕਿ ਡਿਗਰੀ ਕੀ ਹੁੰਦੀ ਹੈ? ਹਾਈਐਸਟ ਆਰਡਰ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਸਾਡੇ ਲਈ ਕੀ ਬਣ ਜਾਂਦੀ ਹੈ? ਡਿਗਰੀ ਬਣ ਜਾਂਦੀ ਹੈ। ਪਰ ਕੰਡੀਸ਼ਨ ਇਹ ਹੈ ਵੀ ਜਿਹੜੇ ਡੇਰੀਵੇਟਿਵ ਹੁੰਦੇ ਨੇ ਉਹਨਾਂ ਦੀ ਜਿਹੜੀ ਪਾਵਰ ਹੈ ਉਹ ਆਪਣੇ ਕੋਲ ਨੈਚੁਰਲ ਨੰਬਰ ਹੋਣੀ ਚਾਹੀਦੀ ਹੈ। ਠੀਕ ਹੈ ਜੀ ਗੱਲ। ਅਤੇ ਇਸ ਤੋਂ ਬਾਅਦ ਸੈਕਿੰਡ ਸਮ ਕਰਦੇ, ਇਸ ਦਾ ਜੋ ਆਨਸਰ ਆ ਗਿਆ ਉਹ ਆ ਗਿਆ 2 3 ਮਤਲਬ B। ਠੀਕ, ਇਸ ਤੋਂ ਬਾਅਦ ਜੋ ਸੈਕਿੰਡ ਸਮ ਹੈ ਇਸ ਦੇ ਵਿੱਚ ਵੀ ਅਸੀਂ ਆਰਡਰ ਅਤੇ ਡਿਗਰੀ ਫਾਈਂਡ ਆਊਟ ਕਰਨਾ। ਤਾਂ ਇਸ ਦਾ ਜਿਹੜਾ ਆਰਡਰ ਆ ਉਹਦਾ ਡਾਇਰੈਕਟਲੀ ਸਾਨੂੰ ਪਤਾ ਲੱਗ ਜਾਂਦਾ। ਹਾਈਐਸਟ ਡੇਰੀਵੇਟਿਵ ਕਿੰਨੇ ਟਾਈਮਸ ਹੈ? 3 ਟਾਈਮਸ। ਤਾਂ ਇਹਦਾ ਜਿਹੜਾ ਆਰਡਰ ਆ ਉਹ 3 ਆ ਗਿਆ। ਅਗਰ ਮੈਂ ਡਿਗਰੀ ਦੀ ਗੱਲ ਕਰਾਂ ਤਾਂ ਡਿਗਰੀ ਇਹਦੀ ਡਜ਼ ਨਾਟ ਐਗਜ਼ਿਸਟ ਆਏਗੀ, ਕਿਉਂਕਿ ਜਦੋਂ ਵੀ ਡੇਰੀਵੇਟਿਵ ਕਿਸੇ ਦੇ ਫੰਕਸ਼ਨ 'ਚ ਹੋਣ, ਜਿਵੇਂ ਇੱਥੇ ਡੇਰੀਵੇਟਿਵ ਲੌਗ ਦੇ ਫੰਕਸ਼ਨ 'ਚ ਪਿਆ ਨਾ, ਤਾਂ ਇਹ ਜਿਹੜੀ ਹੈਗੀ ਆ ਉਹ ਇਹਦੀ ਡਿਗਰੀ ਐਗਜ਼ਿਸਟ ਨਹੀਂ ਕਰਦੀ। ਅਗਰ ਸਾਈਨ ਕਾਸ ਟੈਨ ਇਸ ਤਰ੍ਹਾਂ ਜਾਂ ਲੌਗ ਵਗੈਰਾ ਦੇ ਫੰਕਸ਼ਨ 'ਚ ਹੋਵੇ ਡੇਰੀਵੇਟਿਵ, ਤਾਂ ਉਦੋਂ ਡਿਗਰੀ ਜਿਹੜੀ ਹੈਗੀ ਆ ਉਦੋਂ ਡਜ਼ ਨਾਟ ਐਗਜ਼ਿਸਟ ਆਉਂਦੀ ਹੈ। ਅਤੇ ਇਹਦਾ ਆਨਸਰ ਕੀ ਆ ਜਾਏਗਾ ਸਾਡੇ ਕੋਲ 3 ਆ ਜਾਏਗਾ। ਥਰਡ ਸਮ ਦੇ ਵਿੱਚ ਵੀ ਅਸੀਂ ਆਰਡਰ ਐਂਡ ਡਿਗਰੀ ਫਾਈਂਡ ਆਊਟ ਕਰਨਾ। ਤਾਂ ਆਰਡਰ ਤਾਂ ਸਾਨੂੰ ਡਾਇਰੈਕਟ ਹੀ ਪਤਾ ਲੱਗ ਜਾਏਗਾ ਕੀ ਹੈ ਇਸਦਾ 2। ਤਾਂ ਆਰਡਰ ਦਾ ਕੀ ਆ ਗਿਆ 2 ਐਂਡ ਡਿਗਰੀ ਫਾਈਂਡ ਆਊਟ ਕਰ ਲੈਂਦੇ ਹਾਂ। ਠੀਕ ਹੈ, ਡਿਗਰੀ ਫਾਈਂਡ ਆਊਟ ਕਰਨ ਲਈ ਪਹਿਲਾਂ ਫਰੈਕਸ਼ਨ ਰਿਮੂਵ ਕਰਨੀ ਪਏਗੀ ਅਤੇ ਰੈਡੀਕਲਸ ਰਿਮੂਵ ਕਰਨੇ ਪੈਣਗੇ। ਤਾਂ ਇਹ ਬਣ ਜਾਏਗਾ A ਡਬਲ ਡੇਰੀਵੇਟਿਵ ਇਜ਼ ਇਕੁਅਲ ਟੂ 1 + dy/dx ਰੇਜ਼ ਟੂ ਪਾਵਰ 3/2। ਤਾਂ ਇਹਦੀ ਜਿਹੜੀ ਪਾਵਰ 3/2 ਹੈ ਕਿਸ ਤਰ੍ਹਾਂ ਰਿਮੂਵ ਹੋਏਗੀ? ਅਗਰ ਮੈਂ ਇਸਦਾ ਬੋਥ ਸਾਈਡ ਸਕੇਅਰਿੰਗ ਕਰਦਾ ਤਾਂ ਇਹ ਬਣ ਜਾਏਗਾ A² ਡਬਲ ਡੇਰੀਵੇਟਿਵ ਦਾ ਸਕੁਏਅਰ ਇਜ਼ ਇਕੁਅਲ ਟੂ 1 + dy/dx ਦਾ ਸਕੁਏਅਰ ਰੇਜ਼ ਟੂ ਪਾਵਰ 3। ਠੀਕ ਹੈ, ਤਾਂ ਹੁਣ ਡਿਗਰੀ ਕਿਵੇਂ ਦੇਖਦੇ ਆਉਂਦੇ ਹਾਂ ਆਪਾਂ? ਹਾਈਐਸਟ ਆਰਡਰ ਹਾਈਐਸਟ ਡੇਰੀਵੇਟਿਵ ਦੀ ਪਾਵਰ ਜਿਹੜੀ ਹੁੰਦੀ ਹੈ ਉਹ ਡਿਗਰੀ ਹੁੰਦੀ ਹੈ। ਹਾਈਐਸਟ ਡੇਰੀਵੇਟਿਵ ਕੀ ਹੈ ਇੱਥੇ 2 ਦੀ ਪਾਵਰ ਕਿੰਨੀ ਹੈ? ਹਾਈਐਸਟ 2। ਤਾਂ ਇਹਦਾ ਮਤਲਬ ਇਹਦੀ ਡਿਗਰੀ ਵੀ ਕੀ ਆ ਗਈ ਸਾਡੇ ਕੋਲ 2 ਆ ਗਈ। ਆਰਡਰ ਵੀ 2 ਅਤੇ ਡਿਗਰੀ 2, ਇਸ ਲਈ ਇਹਦਾ ਆਨਸਰ ਕੀ ਆ ਗਿਆ ਸਾਡੇ ਕੋਲ A ਆ ਗਿਆ। ਇਸ ਤੋਂ ਬਾਅਦ ਫੋਰਥ ਸਮ ਕਰਦੇ ਹਾਂ। ਫੋਰਥ ਸਮ ਦੇ ਵਿੱਚ ਅਸੀਂ ਇੰਟੀਗ੍ਰੇਟਿੰਗ ਫੈਕਟਰ ਫਾਈਂਡ ਆਊਟ ਕਰਨਾ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ। ਤਾਂ ਸਾਨੂੰ ਪਤਾ ਇਹ ਡਿਫਰੈਂਸ਼ੀਅਲ ਇਕੁਏਸ਼ਨ ਫਸਟ ਆਰਡਰ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ। ਵੈਸੇ ਤਾਂ ਇਸ ਫਾਰਮ ਦੀ ਹੁੰਦੀ ਹੈ ਸਾਡੇ ਕੋਲ dy/dx + P(x) y = Q(x). ਤਾਂ ਇਹਦਾ ਇੰਟੀਗ੍ਰੇਟਿੰਗ ਫੈਕਟਰ ਕੀ ਹੁੰਦਾ ਸਾਡੇ ਕੋਲ? e⁻P ਇੰਟੀਗ੍ਰੇਸ਼ਨ Px dx। ਠੀਕ ਹੈ, ਤਾਂ ਹੁਣ ਸਾਨੂੰ ਪਤਾ ਜਿਹੜੀ ਇਹ ਡਿਫਰੈਂਸ਼ੀਅਲ ਇਕੁਏਸ਼ਨ ਹੈ ਇਹਦੇ ਵਿੱਚ ਵੇਰੀਏਬਲ ਚੇਂਜ ਆ, ਮਤਲਬ x ਦੀ ਜਗ੍ਹਾ 'ਤੇ y ਆ, y ਦੀ ਜਗ੍ਹਾ 'ਤੇ x ਆ। ਤਾਂ ਇਹਦਾ ਇੰਟੀਗ੍ਰੇਟਿੰਗ ਫੈਕਟਰ ਕੀ ਹੋਏਗਾ ਸਾਡੇ ਕੋਲ? e⁻∫ P(y) d(y). ਤਾਂ ਅਗਰ ਇਹਨੂੰ ਮੈਂ ਇਸ ਫਾਰਮ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕਰਾਂ, ਇਹ ਬਣ ਜਾਏਗਾ dx/dy y/1 + y² x = a y/1 + y²। ਤਾਂ ਅਗਰ ਮੈਂ ਇੰਟੀਗ੍ਰੇਟਿੰਗ ਫੈਕਟਰ ਫਾਈਂਡ ਆਊਟ ਕਰਨਾ, ਇਹ ਬਣ ਜਾਏਗਾ ਇੰਟੀਗ੍ਰੇਸ਼ਨ e⁻P ਦੀ ਵੈਲੂ ਮੇਰੇ ਕੋਲ ਹੈਗੀ ਆ y/1 + y² dx dy। ਠੀਕ ਹੈ ਜੀ ਗੱਲ। ਤਾਂ ਅਗਰ ਮੈਂ ਇਹਦੀ ਇੰਟੀਗ੍ਰੇਸ਼ਨ ਕਰਾਂ 2 ਨਾਲ ਮਲਟੀਪਲਾਈ 2 ਨਾਲ ਡਿਵਾਈਡ ਕਰ ਦੂੰਗਾ ਤਾਂ ਇਹ ਕੀ ਬਣ ਗਿਆ e⁻1/2 log of 1 + y²। ਤਾਂ ਇਹ ਬਣ ਜਾਏਗਾ e⁻1/2 ਉੱਪਰ ਚੱਲ ਜਾਏਗਾ, ਇਸ ਤਰ੍ਹਾਂ ਆ ਜਾਏਗਾ, ਅਤੇ e ਅਤੇ log ਕੈਂਸਲ ਹੋ ਜਾਣਗੇ, ਇਹ ਰਹਿ ਜਾਊਗਾ 1 + y² 1/2। ਤਾਂ ਮਤਲਬ ਇਹ ਤਾਂ ਸਕੁਏਅਰ ਰੂਟ ਵੀ ਲਿਖ ਸਕਦਾ ਮੈਂ। ਠੀਕ ਹੈ, ਅਤੇ ਇਹਦਾ ਕੀ ਆਨਸਰ ਆ ਜਾਏਗਾ? ਇਹ ਆਨਸਰ ਆ ਜਾਏਗਾ। ਇਸ ਤੋਂ ਬਾਅਦ ਆਪਾਂ ਫਿਫਥ ਸਮ ਕਰਦੇ ਹਾਂ। ਇਸ ਦੇ ਵਿੱਚ ਹੈ ਨੰਬਰ ਆਫ ਆਰਬਿਟਰੇਰੀ ਕਾਂਸਟੈਂਟ ਇਨ ਕੰਪਲੀਟ ਪਰਮਿਟਿਵ ਡਿਫਰੈਂਸ਼ੀਅਲ ਇਕੁਏਸ਼ਨ ਇਜ਼। ਤਾਂ ਨੰਬਰ ਆਫ ਆਰਬਿਟਰੇਰੀ ਕਾਂਸਟੈਂਟ ਪੁੱਛਿਆ, ਇਸ ਦੇ ਵਿੱਚ ਕੀ ਹੋਏਗਾ? ਕੰਪਲੀਟ ਪਰਮਿਟਿਵ ਹੁੰਦਾ ਜਨਰਲ ਸੋਲੂਸ਼ਨ। ਠੀਕ ਹੈ, ਜਨਰਲ ਸੋਲੂਸ਼ਨ ਦੇ ਵਿੱਚ ਨੰਬਰ ਆਫ ਆਰਬਿਟਰੇਰੀ ਕਾਂਸਟੈਂਟ ਕਿੰਨੇ ਹੁੰਦੇ ਨੇ ਸਾਡੇ ਕੋਲੇ? ਜਿੰਨਾ ਉਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਕੀ ਹੈ? ਆਰਡਰ। ਤਾਂ ਆਰਡਰ ਇਸ ਦਾ ਕੀ ਹੈ? 5, ਅਤੇ ਇਹਦੇ ਨੰਬਰ ਆਫ ਆਰਬਿਟਰੇਰੀ ਕਾਂਸਟੈਂਟ ਵੀ ਕਿੰਨੇ ਹੋਣਗੇ? 5। ਅਤੇ ਇਹਦਾ ਕੀ ਆਨਸਰ ਆ ਜਾਏਗਾ? A ਆ ਜਾਏਗਾ। ਇਸ ਤੋਂ ਬਾਅਦ ਅਗਲਾ ਸਮ ਹੈ ਦ ਗਿਵਨ ਡਿਫਰੈਂਸ਼ੀਅਲ ਇਕੁਏਸ਼ਨ x² + y² dx - 2xy
dy is equal to 0 is a linear differential equation, exact differential equation, homogeneous differential equation, none of these। तो सानू पता जी ये डिफरेंशियल इक्वेशन है, ये होमोजीनियस डिफरेंशियल इक्वेशन है, ठीक है, क्योंकि मैं इसको लिख सकता एक्स स्क्वायर प्लस वाई स्क्वायर डी एक्स इज इक्वल टू 2x y dy। तो मैं लिख सकता एक्स स्क्वायर प्लस वाई स्क्वायर अपॉन 2x y इज इक्वल टू dy अपॉन dx। तो जी ये डिफरेंशियल इक्वेशन है ये होमोजीनियस है, क्योंकि इसमें आप किवें चैक करते होंगे हर एक टर्म की डिग्री चैक कर लेंगे सी। अगर मैं इसकी चैक करा तो इसकी भी 2 है, इसकी डिग्री भी 2 है, इसकी डिग्री भी 2 है ना, 1 इसकी तो 2 होगी। तो अगर कोई भी डिफरेंशियल इक्वेशन dy अपॉन dx इज इक्वल टू फंक्शन ऑफ एक्स वाई अपॉन जी फंक्शन ऑफ एक्स वाई हो, अगर ये भी होमोजीनियस फंक्शन हो, ये भी होमोजीनियस फंक्शन हो, तो साडे कोल जिहड़ी डिफरेंशियल इक्वेशन होंदी है वो की होंदी है, होमोजीनियस डिफरेंशियल इक्वेशन होंदी है। तो होमोजीनियस फंक्शन चैक करने का तरीका यही है भी हर एक टर्म की जी डिग्री है वो 2 होनी सेम होनी चाहिए है, ठीक है गल। तो ये भी सेम है साडे कोले, तो ये की है होमोजीनियस डिफरेंशियल इक्वेशन है, तो यदा की आंसर आ जाएगा सी आ जाएगा। इस तो बाद जो 7th सम है उसके सानू जी गिवन डिफरेंशियल इक्वेशन दी हुई है वो एग्जैक्ट दी हुई है, ठीक है। तो आप वैल्यू दसनी है अल्फा की, तो सानू पता है अगर ये डिफरेंशियल इक्वेशन एग्जैक्ट है तो करल एम अपॉन करल वाई इज इक्वल टू कि होएगा करल एन अपॉन करल एक्स। तो एम की वैल्यू अगर मैं इसको कंपेयर करा एम डी एक्स प्लस एन डी वाई इज इक्वल टू 0 नाल, तो मैनू एम की वैल्यू मिल जाएगी 1 प्लस एक्स स्क्वायर वाई क्यूब प्लस अल्फा एक्स स्क्वायर वाई स्क्वायर, तो एन की वैल्यू मिल जाएगी 2 प्लस एक्स क्यूब वाई स्क्वायर प्लस एक्स क्यूब वाई, ठीक है। तो हुण एम का डेरीवेटिव मैं करना विद रिस्पैक्ट टू वाई, तो वाई नाल विद रिस्पैक्ट टू इसका डेरीवेटिव करांगा, ये बन जाएगा एक्स स्क्वायर 3y स्क्वायर प्लस अल्फा एक्स स्क्वायर 2y। तो जो मैं एन का डेरीवेटिव विद रिस्पैक्ट टू एक्स करूँगा ये बन जाएगा इसका डेरीवेटिव 0 हो जाएगा, ये बन जाएगा साढ़े को 3x स्क्वायर वाई स्क्वायर इज इक्वल टू 3x स्क्वायर वाई। तो इनू अगर आप सॉल्व करिए तो देखो ये तो ये कैंसल हो जाएंगे, ठीक है। तो बचेगा साढ़े को अल्फा एक्स स्क्वायर 2y इज इक्वल टू 3x स्क्वायर आई। तो इस तो बाद साढ़े को देखो इस ए तो कैंसल हो जाएंगे, ठीक है। अल्फा की वैल्यू कितनी आ गई साढ़े को 3/2, तो बी आंसर करैक्ट होएगा। 8th सम दे विच द डिफरेंशियल इक्वेशन ड्राइव फ्रॉम y इज इक्वल टू a e रेज़ टू पावर 2x प्लस v e रेज़ टू पावर -2x वेयर a एंड b आर आर्बिट्रेरी कॉन्सटेंट हैज़ द ऑर्डर। तो अगर मैं इस फैमिली ऑफ कर्व्स की गल करा तो इस जी डिफरेंशियल इक्वेशन बनेगी वो किन्ने ऑर्डर की बनेगी, ये चीज़ पूछी हुई है। तो किन्ने ऑर्डर की बनती है जिन्ने नंबर ऑफ आर्बिट्रेरी कॉन्सटेंट हो, तो नंबर ऑफ आर्बिट्रेरी कॉन्सटेंट किन्ने ने 2, तो किन्ने ऑर्डर की डिफरेंशियल इक्वेशन बनेगी 2 ऑर्डर की बनेगी। तो की आंसर आ जाएगा साडा बी आंसर। तो 9th सम है साढ़े को द इंटीग्रेटिंग फैक्टर ऑफ द डिफरेंशियल इक्वेशन 2y dx प्लस एक्स डी वाई इज इक्वल टू 0। तो आप इसनों उस तरीके ही करांगे जिस तरीके आप लास्ट सम किए सी। तो इस आप बाय ऑप्शन करांगे तो पहला आप एक्स नाल मल्टीप्लाई करके देख लाँगे इस डिफरेंशियल इक्वेशन की, तो जी डिफरेंशियल इक्वेशन ऑबटेन होएगी फिर उसका आप करल एम अपॉन करल वाई इज इक्वल टू करल एन अपॉन करल एक्स कढ़ के देख लाँगे, अगर इक्वल आ गए तो यही इंटीग्रेटिंग फैक्टर होएगा। तो आप पहले एक्स नाल मल्टीप्लाई करांगे तो यह बन जाएगा 2xy dx प्लस एक्स स्क्वायर dy इज इक्वल टू 0। तो अगर मैं इन्हू कंपेयर करा एम डी एक्स प्लस एन डी वाई इज इक्वल टू 0 नाल, तो एम की वैल्यू मैनू मिल जाएगी 2xy, एन की वैल्यू मिल जाएगी एक्स स्क्वायर। तो मैं एम का पार्शल डेरीवेटिव विद रिस्पैक्ट टू वाई करा तो 2x आ जाएगा, एन का पार्शल डेरीवेटिव विद रिस्पैक्ट टू एक्स करा 2x आ जाएगा। इसका मतलब करल एम अपॉन करल वाई कि इक्वल आ गया करल एन अपॉन करल एक्स दे। तो इसका मतलब जो डिफरेंशियल इक्वेशन है साडी ये की बन गई एग्जैक्ट बन गई, तो यदा इंटीग्रेटिंग फैक्टर की हो गया एक्स हो गया, तो यही साडा करैक्ट है। बाकी ऑप्शन चैक कर सकते हो ये नहीं होणगियां, तो साडा ये आंसर करैक्ट है। 10th सम दे विच है इफ एम फंक्शन ऑफ एक्स वाई डी एक्स प्लस एन फंक्शन ऑफ एक्स वाई डी एक्स इक्वल टू 0 एंड करल एम अपॉन करल वाई इज इक्वल टू करल एन अपॉन करल एक्स इक्वल ने, दैन ओकेशन इज सानू पता अगर ये कंडीशन होल्ड कर दी तो डिफरेंशियल इक्वेशन की होंगी साडी एग्जैक्ट होंगी, तो की आंसर आ जाएगा ये आंसर आ जाएगा। इस तो बाद 11th सम दे विच है द डिफरेंशियल इक्वेशन विच इज़ लीनियर। तो इन्हों के डिफरेंशियल इक्वेशन लीनियर है, आप कली कली ऑप्शन चैक करते हैं। तो पहले लीनियर डिफरेंशियल इक्वेशन केड़ी होंदी है जिस डिफरेंशियल इक्वेशन दे विच वाई उसके डेरीवेटिव
ਸਾਰੇ 1 डिग्री ਦੇ ਹੋਣ, ਮਤਲਬ ਉਹਨਾਂ ਦੀ ਪਾਵਰ 1 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਅਤੇ ਇੱਕ ਇਹ ਜਿਹੜੇ ਹੈਗੇ ਨੇ ਸਾਰੇ ਇਹ ਆਪਸ ਵਿੱਚ ਕਿਸੇ ਨਾਲ ਪ੍ਰੋਡਕਟ 'ਚ ਨਹੀਂ ਹੋਣੇ ਚਾਹੀਦੇ, ਮਤਲਬ ਇਸ ਦੀ ਇਸ ਨਾਲ ਪ੍ਰੋਡਕਟ, ਇਸ ਦੀ ਇਸ ਨਾਲ ਪ੍ਰੋਡਕਟ ਨਹੀਂ ਹੋਣੀ ਚਾਹੀਦੀ, ਠੀਕ ਹੈ। ਅਤੇ ਇੱਕ ਜੋ y ਹੈ ਜਾਂ ਡੇਰੀਵੇਟਿਵ ਉਸਦੇ ਕਿਸੇ ਫੰਕਸ਼ਨ 'ਚ ਨਹੀਂ ਹੋਣੇ ਚਾਹੀਦੇ, ਠੀਕ ਹੈ। ਤਾਂ ਆਪਾਂ ਚੈੱਕ ਕਰਦੇ ਹਾਂ। ਅਗਰ ਮੈਂ ਪਹਿਲੇ ਆਪਸ਼ਨ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਤਾਂ ਵੈਸੇ ਸਭ ਕੁਝ ਸਹੀ ਸੀ, ਲੇਕਿਨ ਜੋ ਸਾਈਨ y ਆ ਗਿਆ ਇਸ ਕਰਕੇ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਹੈਗੀ, ਕਿਉਂਕਿ ਮੈਂ ਕਿਹਾ ਸੀ ਵੀ y ਅਤੇ ਉਸਦੇ ਡੇਰੀਵੇਟਿਵ ਕਿਸੇ ਦੇ ਫੰਕਸ਼ਨ 'ਚ ਨਹੀਂ ਹੋਣੇ ਚਾਹੀਦੇ, ਅਤੇ ਇਹਦਾ ਮਤਲਬ ਇਹ ਆਪਸ਼ਨ ਕੈਂਸਲ ਹੋ ਗਈ। ਅਗਰ ਮੈਂ ਬੀ ਆਪਸ਼ਨ ਦੀ ਗੱਲ ਕਰਾਂ ਤਾਂ ਬੀ ਆਪਸ਼ਨ ਦੇ ਵਿੱਚ ਸਾਰੀਆਂ ਕੰਡੀਸ਼ਨਸ ਪੂਰੀਆਂ ਹੁੰਦੀਆਂ ਪਈਆਂ ਨੇ, ਇਹਦਾ ਮਤਲਬ ਬੀ ਆਨਸਰ ਕਰੈਕਟ ਹੋਏਗਾ। ਅਗਰ ਮੈਂ ਸੀ ਆਪਸ਼ਨ ਦੀ ਗੱਲ ਕਰਾਂ ਤਾਂ ਅਗਰ ਮੈਂ ਇਸਨੂੰ ਅੰਦਰ ਮਲਟੀਪਲਾਈ ਕਰਾਂ, ਇਹ ਬਣ ਜਾਏਗਾ dy/dx ਪਲੱਸ y dy/dx ਪਲੱਸ ਸਾਈਨ x। ਤਾਂ ਇਹਦੇ ਵਿੱਚ y ਅਤੇ ਉਸਦਾ ਡੇਰੀਵੇਟਿਵ ਪ੍ਰੋਡਕਟ ਦੇ ਵਿੱਚ ਪਏ ਨੇ, ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਠੀਕ ਹੈ ਗੱਲ। ਮਤਲਬ y ਅਤੇ ਉਸਦਾ ਡੇਰੀਵੇਟਿਵ ਪ੍ਰੋਡਕਟ 'ਚ ਨਹੀਂ ਹੋਣਾ ਚਾਹੀਦਾ, x ਅਤੇ dy/dx ਪ੍ਰੋਡਕਟ ਵਗੈਰਾ 'ਚ ਹੋ ਸਕਦੇ ਨੇ, ਠੀਕ ਹੈ ਗੱਲ। ਤਾਂ ਇਹਦਾ ਮਤਲਬ ਸੀ ਆਪਸ਼ਨ ਵੀ ਨਹੀਂ ਹੋਏਗੀ। ਸਿਮਿਲਰ ਅਗਰ ਮੈਂ ਡੀ ਆਪਸ਼ਨ ਦੀ ਗੱਲ ਕਰਾਂ ਤਾਂ ਇਸ ਨੂੰ ਮੈਂ ਜਦੋਂ ਸੋਲਵ ਕਰੂੰਗਾ ਇਹ ਬਣ ਜੂਗਾ dy/dx ਪਲੱਸ y ਸਕੁਏਅਰ ਪਲੱਸ yx ਇਜ਼ੀਕਲ ਟੂ x ਸਕੁਏਅਰ। ਤਾਂ ਦੇਖੋ y ਦੀ ਜਿਹੜੀ ਪਾਵਰ ਹੈ ਉਹ ਸਕੁਏਅਰ ਬਣ ਗਈ, ਠੀਕ ਹੈ ਗੱਲ। ਤਾਂ ਪਾਵਰ 1 ਰਹਿਣੀ ਚਾਹੀਦੀ ਹੈ y ਅਤੇ ਉਸਦੇ ਡੇਰੀਵੇਟਿਵ ਦੀ, ਇਹਦਾ ਮਤਲਬ ਡੀ ਆਪਸ਼ਨ ਵੀ ਕਰੈਕਟ ਨਹੀਂ ਹੋਏਗੀ। ਅਤੇ ਇਸ ਦਾ ਆਨਸਰ ਕੀ ਆ ਗਿਆ ਬੀ। 12th ਸਮ ਦੇ ਵਿੱਚ ਅਸੀਂ ਡਿਗਰੀ ਦੱਸਣੀ ਇਸ ਦੀ ਕੀ ਹੋਏਗੀ। ਤਾਂ ਡਿਗਰੀ ਦੇਖਣ ਲਈ ਸਾਨੂੰ ਪਤਾ ਪਹਿਲਾਂ ਫਰੈਕਸ਼ਨ ਜਿਹੜੀ ਹੈਗੀ ਰਿਮੂਵ ਕਰਨੀ ਹੁੰਦੀ ਹੈ। ਅਗਰ ਫਰੈਕਸ਼ਨ ਕਿਵੇਂ ਰਿਮੂਵ ਹੋਏਗੀ, ਅਗਰ ਮੈਂ ਇਹਨਾਂ ਦਾ ਦੋਨੇ ਪਾਸੇ ਕੀ ਕਰਾਂਗਾ ਸਕੇਅਰਿੰਗ ਕਰਾਂਗਾ, ਤਾਂ ਸਕੇਅਰਿੰਗ ਕਰਨ ਵਾਲੀ ਦੀ ਫਰੈਕਸ਼ਨ ਰਿਮੂਵ ਹੋ ਜਾਏਗੀ। ਤਾਂ ਹਾਈਐਸਟ ਡੇਰੀਵੇਟਿਵ ਦੀ ਪਾਵਰ ਕਿੰਨੀ ਬਣ ਜਾਏਗੀ 2 ਬਣ ਜਾਏਗੀ, ਅਤੇ ਇਹਦਾ ਮਤਲਬ ਇਹਦੀ ਡਿਗਰੀ ਕਿੰਨੀ ਆ ਜਾਏਗੀ 2 ਆ ਜਾਏਗੀ। ਤਾਂ ਕੀ ਆਨਸਰ ਆ ਜਾਏਗਾ ਸਾਡਾ ਸੀ ਆਨਸਰ ਆ ਜਾਏਗਾ। ਇਸ ਤੋਂ ਬਾਅਦ ਆਪਾਂ ਕਰਦੇ ਹਾਂ 13th ਸਮ। ਇਸ ਦੇ ਵਿੱਚ ਵੀ ਅਸੀਂ ਡਿਗਰੀ ਦੱਸਣੀ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੀ ਕੀ ਹੋਏਗੀ। ਤਾਂ ਇਸ ਦੀ ਜਿਹੜੀ ਡਿਗਰੀ ਹੋਏਗੀ ਉਹ ਨਾਟ ਡਿਫਾਈਨਡ ਹੋਏਗੀ, ਕਿਉਂਕਿ ਜਿਹੜਾ ਡੇਰੀਵੇਟਿਵ ਆ ਉਹ ਸਾਈਨ ਦੇ ਫੰਕਸ਼ਨ ਦੇ ਵਿੱਚ ਪਿਆ ਗਾ। ਲੱਗੀ ਗੱਲ ਸਮਝ। ਤਾਂ ਜਿਹੜਾ ਡੇਰੀਵੇਟਿਵ ਆ ਉਹ ਫੰਕਸ਼ਨ 'ਚ ਨਹੀਂ ਹੋਣਾ ਚਾਹੀਦਾ ਕਿਸੇ ਦੇ 'ਚ ਵੀ, ਇਸ ਲਈ ਇਹਦਾ ਜਿਹੜਾ ਡਿਗਰੀ ਆ ਉਹ ਨਾਟ ਡਿਫਾਈਨਡ ਹੈਗੀ, ਡੀ ਆਨਸਰ ਆ ਜਾਏਗਾ ਇਸ ਦਾ। ਇਸ ਤੋਂ ਬਾਅਦ ਦ ਜਨਰਲ ਸੋਲੂਸ਼ਨ ਆਫ ਦ ਡਿਫਰੈਂਸ਼ੀਅਲ ਇਕੁਏਸ਼ਨ y dx ਮਾਈਨਸ x dy ਇਜ਼ ਇਕੁਅਲ ਟੂ 0। ਅਤੇ ਇਸ ਦਾ ਜਨਰਲ ਸੋਲੂਸ਼ਨ ਫਾਈਂਡ ਆਊਟ ਕਰਨ ਵਾਲੇ ਆ, ਕਿਉਂਕਿ ਵੇਰੀਏਬਲ ਸੈਪਰੇਬਲ ਦੀ ਪ੍ਰੋਬਲਮ ਹੈ ਇਹ। ਅਤੇ ਬਣ ਜਾਏਗਾ y dx ਇਜ਼ ਇਕੁਅਲ ਟੂ x dy, ਅਤੇ ਬਣ ਜਾਏਗਾ 1/x dx ਇਜ਼ ਇਕੁਅਲ ਟੂ 1/y dy। ਅਗਰ ਮੈਂ ਬੋਥ ਸਾਈਡ ਇੰਟੀਗ੍ਰੇਸ਼ਨ ਕਰਾਂ ਇਹ ਬਣ ਜਾਏਗਾ log of x ਇਜ਼ ਇਕੁਅਲ ਟੂ log of y। ਤਾਂ ਇੱਥੇ ਮੈਂ ਕੌਨਸਟੈਂਟ ਲੈਣਾ, ਕੌਨਸਟੈਂਟ ਮੈਂ ਕੁਛ ਵੀ ਲੈ ਸਕਦਾ, ਮੇਰੀ ਚੋਇਸ ਹੈ। ਤਾਂ ਇਹ ਬਣ ਜਾਏਗਾ log of c, log of x ਇਜ਼ ਇਕੁਅਲ ਟੂ, ਇਹ 'ਤੇ ਮੈਂ ਅਗਰ ਪ੍ਰੋਪਰਟੀ ਯੂਜ਼ ਕਰਾਂ ਤਾਂ ਇਹ ਬਣ ਜਾਏਗਾ log of yc। ਦੋਨੋਂ ਪਾਸੇ log ਰਿਮੂਵ ਹੋ ਜਾਣਗੇ, ਇਹ ਆ ਜਾਊਗਾ x ਇਜ਼ ਇਕੁਅਲ ਟੂ yc। ਤਾਂ ਇਹਦਾ ਮਤਲਬ ਜਿਹੜਾ ਸਾਡਾ ਆਨਸਰ ਆ ਜਾਏਗਾ ਉਹ ਆ ਜਾਏਗਾ, ਇਹਨਾਂ ਦੇ ਵਿੱਚ ਵੈਸੇ ਅਜੇ ਕੋਈ ਚੋਇਸ ਨਹੀਂ ਬਣਦੀ, ਪਰ ਮੈਂ ਇਹਨੂੰ ਸੋਲਵ ਕਰ ਸਕਦਾ। ਇਹ ਹੈਗਾ ਮੇਰੇ ਕੋਲ x ਇਜ਼ ਇਕੁਅਲ ਟੂ yc, ਤਾਂ c ਨੂੰ ਮੈਂ ਦੂਸਰੀ ਸਾਈਡ ਲੈ ਜਾਵਾਂਗਾ, ਐ ਬਣ ਜਾਏਗਾ। ਇਸ ਨੂੰ ਮੈਂ ਕੋਈ ਨਵਾਂ ਕੌਨਸਟੈਂਟ ਲਿਖ ਸਕਦਾ c ਡੈਸ਼ x ਇਜ਼ ਇਕੁਅਲ ਟੂ y। ਤਾਂ y ਇਜ਼ ਇਕੁਅਲ ਟੂ ਕੀ ਆ ਗਿਆ c ਡੈਸ਼ x। ਤਾਂ ਮੇਰਾ ਕੀ ਆਨਸਰ ਆ ਜਾਏਗਾ ਡੀ ਆਨਸਰ ਆ ਜਾਏਗਾ। ਕੌਨਸਟੈਂਟ ਦਾ ਤਾਂ ਕੋਈ ਫਰਕ ਨਹੀਂ, ਕੌਨਸਟੈਂਟ ਤਾਂ ਕੁਛ ਵੀ ਲੈ ਸਕਦੇ ਆਪਾਂ। ਅਤੇ ਇਸ ਤੋਂ ਬਾਅਦ 15th ਸਮ ਹੈ। ਇਸ ਦੇ ਵਿੱਚ ਵੀ ਅਸੀਂ ਡਿਗਰੀ ਦੱਸਣੀ ਹੈ ਡਿਫਰੈਂਸ਼ੀਅਲ ਇਕੁਏਸ਼ਨ ਦੀ। ਸਾਨੂੰ ਪਤਾ ਹੈ ਜਿਹੜਾ ਡੇਰੀਵੇਟਿਵ ਆ ਉਹ log ਦੇ ਫੰਕਸ਼ਨ 'ਚ ਪਿਆ, ਬਟ ਇਹ log ਆ ਜਿਹੜਾ ਮੈਂ ਖਤਮ ਕਰ ਸਕਦਾ, ਠੀਕ ਹੈ ਗੱਲ। ਜਿਹੜਾ ਇਹ ਸਮ ਸੀ ਇਹਦੇ ਵਿੱਚ ਮੈਂ ਸਾਈਨ ਖਤਮ ਨਹੀਂ ਕਰ ਸਕਦਾ ਡੇਰੀਵੇਟਿਵ ਤੋਂ, ਠੀਕ ਹੈ। ਤਾਂ ਬਟ ਮੈਂ ਇਹਦੇ ਵਿੱਚ ਖਤਮ ਕਰ ਸਕਦਾ, ਕਿਉਂਕਿ ਅਗਰ log ਨੂੰ ਮੈਂ ਰਾਈਟ ਹੈਂਡ ਸਾਈਡ ਲੈ ਜਾਵਾਂ ਇਹ ਬਣ ਜਾਏਗਾ dy/dx ਦਾ ਹੋਲ ਸਕੁਏਅਰ ਇਜ਼ ਇਕੁਅਲ ਟੂ e ਰੇਜ਼ ਟੂ ਪਾਵਰ 3x ਪਲੱਸ 4y। ਤਾਂ ਹੁਣ ਖਤਮ ਹੋ ਗਿਆ, ਠੀਕ ਹੈ, ਰਿਮੂਵ ਹੋ ਗਿਆ log ਡੇਰੀਵੇਟਿਵ ਦੇ ਵਿੱਚ ਫੰਕਸ਼ਨ। ਤਾਂ ਇਹਦਾ ਮਤਲਬ ਇਹਦੀ ਜਿਹੜੀ ਡਿਗਰੀ ਆਏਗੀ ਉਹ ਡੇਰੀਵੇਟਿਵ ਦੀ ਹਾਈਐਸਟ ਡੇਰੀਵੇਟਿਵ ਦੀ ਪਾਵਰ ਆਏਗੀ, ਹਾਈਐਸਟ ਡੇਰੀਵੇਟਿਵ 1 ਆਰਡਰ ਦਾ, ਤਾਂ ਉਹਦੀ ਪਾਵਰ ਕਿੰਨੀ ਹੈ 2। ਤਾਂ ਇਹਦਾ ਆਨਸਰ ਕੀ ਆ ਜਾਏਗਾ 2 ਆ ਜਾਏਗਾ। ਇਸ ਤੋਂ ਬਾਅਦ 16th ਸਮ ਹੈ। ਦ ਨੰਬਰ ਆਫ ਆਰਬਿਟਰੀ ਕੌਨਸਟੈਂਟ ਇਨ ਪਾਰਟੀਕੂਲਰ ਸੋਲੂਸ਼ਨ ਆਫ ਅ ਡਿਫਰੈਂਸ਼ੀਅਲ ਇਕੁਏਸ਼ਨ ਆਫ 3rd ਡਿਗਰੀ। ਤਾਂ ਨੰਬਰ ਆਫ ਆਰਬਿਟਰੀ ਕੌਨਸਟੈਂਟ ਕਿੰਨੇ ਹੁੰਦੇ ਨੇ ਪਾਰਟੀਕੂਲਰ ਸੋਲੂਸ਼ਨ 'ਚ। ਤਾਂ ਇਹ ਤਾਂ ਆਪਾਂ ਡਿਸਕਸ ਕੀਤਾ ਸੀ, ਪਾਰਟੀਕੂਲਰ ਸੋਲੂਸ਼ਨ 'ਚ ਤਾਂ ਕੋਈ ਵੀ ਨੰਬਰ ਆਫ ਆਰਬਿਟਰੀ ਕੌਨਸਟੈਂਟ ਨਹੀਂ ਹੁੰਦੇ। ਤਾਂ ਇਹਦਾ ਕੀ ਆਨਸਰ ਆ ਜਾਏਗਾ, ਇਹ ਆਨਸਰ ਆ ਜਾਏਗਾ 0 ਹੁੰਦੇ ਨੇ। ਤਾਂ ਅਗਰ ਜਨਰਲ ਸੋਲੂਸ਼ਨ ਦੇ ਵਿੱਚ ਪੁੱਛਿਆ ਹੁੰਦਾ ਤਾਂ ਉਨੇ ਹੁੰਦੇ ਨੇ ਜਿੰਨੇ ਕੀ ਹੋਣ, ਜਿੰਨੇ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਰਡਰ ਹੋਵੇ। ਅਤੇ ਇਹਦੇ ਵਿੱਚ ਪਾਰਟੀਕੂਲਰ ਸੋਲੂਸ਼ਨ ਦੇ ਵਿੱਚ ਪੁੱਛੇ ਸੀ ਆਰਬਿਟਰੀ ਕੌਨਸਟੈਂਟ, ਇਹ ਤਾਂ ਕੀ ਆਏਗਾ 0 ਆਏਗਾ। ਇਸ ਤੋਂ ਬਾਅਦ 17th ਸਮ ਦੇ ਵਿੱਚ ਅਸੀਂ ਡਿਗਰੀ ਦੱਸਣੀ ਹੈ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੀ। ਤਾਂ ਇਸ ਦੀ ਜਿਹੜੀ ਡਿਗਰੀ ਹੈ ਉਹ ਕੀ ਆਏਗੀ ਸਾਡੇ ਕੋਲ। ਡਿਗਰੀ ਕੀ ਹੁੰਦੀ ਹੈ, ਹਾਈਐਸਟ ਆਰਡਰ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਡਿਗਰੀ ਹੁੰਦੀ ਹੈ। ਅਤੇ ਇੱਥੇ ਕੀ ਹੈ 1, ਅਤੇ ਇਹਦਾ ਆਨਸਰ ਕੀ ਆ ਜਾਏਗਾ ਵੀ ਆ ਜਾਏਗਾ। ਨਾਟ ਡਿਫਾਈਨਡ ਨਹੀਂ ਆਏਗਾ, ਕਿਉਂਕਿ ਅਗਰ ਸਾਈਨ ਫੰਕਸ਼ਨ ਡੇਰੀਵੇਟਿਵ 'ਚ ਹੁੰਦਾ ਤਾਂ ਨਾਟ ਡਿਫਾਈਨਡ ਹੁੰਦਾ, y 'ਚ ਹੋ ਸਕਦਾ, ਕੋਈ ਦਿੱਕਤ ਨਹੀਂ ਹੈ, ਠੀਕ ਹੈ ਜੀ ਗੱਲ। ਇਸ ਤੋਂ ਬਾਅਦ 18th ਸਮ ਦੇ ਵਿੱਚ ਅਸੀਂ ਆਰਡਰ ਦੱਸਣਾ ਡਿਫਰੈਂਸ਼ੀਅਲ ਇਕੁਏਸ਼ਨ ਦਾ। ਤਾਂ ਆਰਡਰ ਕੀ ਹੁੰਦਾ, ਹਾਈਐਸਟ ਡੇਰੀਵੇਟਿਵ ਜਿੰਨੇ ਟਾਈਮਸ ਹੋਇਆ, ਠੀਕ ਹੈ। ਤਾਂ ਇੱਥੇ 1 ਟਾਈਮਸ ਹੋਇਆ, ਇੱਥੇ 2 ਟਾਈਮਸ ਹੋਇਆ, ਤਾਂ ਇਹਦਾ ਆਰਡਰ ਕੀ ਹੋ ਜਾਏਗਾ 2 ਹੋ ਜਾਏਗਾ। ਤਾਂ ਸੀ ਆਨਸਰ ਕੀ ਹੋ ਜਾਏਗਾ ਕਰੈਕਟ।
ਇਸ ਤੋਂ ਬਾਅਦ 19th ਸਮ ਹੈ, ਇਸ ਦੇ ਵਿੱਚ ਹੈ ਦ ਨੰਬਰ ਆਫ ਆਰਬਿਟਰੀ ਕਾਂਸਟੈਂਟ ਇਨ ਦਾ ਜਨਰਲ ਸੋਲੂਸ਼ਨ ਆਫ ਅ ਡਿਫਰੈਂਸ਼ੀਅਲ ਇਕੁਏਸ਼ਨ ਆਫ ਆਰਡਰ 4। ਤੇ ਨੰਬਰ ਆਫ ਆਰਬਿਟਰੀ ਕਾਂਸਟੈਂਟ ਕਿੰਨੇ ਹੁੰਦੇ ਨੇ ਜਨਰਲ ਸੋਲੂਸ਼ਨ ਦੇ ਵਿੱਚ, ਜਿੰਨੇ ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੈਗੀ ਹੈ। ਤਾਂ ਕੀ ਆਨਸਰ ਆ ਜਾਏਗਾ 4 ਆ ਜਾਏਗਾ। ਇਸ ਤੋਂ ਬਾਅਦ ਦ ਡਿਫਰੈਂਸ਼ੀਅਲ ਇਕੁਏਸ਼ਨ ਆਫ ਦਾ ਫੈਮਿਲੀ ਆਫ ਕਰਵ ਆਫ y ਇਜ਼ ਇਕੁਅਲ ਟੂ mx ਇਜ਼। ਇਸ ਡਿਫਰੈਂਸ਼ੀਅਲ ਜਿਹੜੀ ਕਰਵ ਹੈ, ਫੈਮਿਲੀ ਆਫ ਕਰਵ ਹੈ, ਇਸ ਵਿੱਚ ਕਿੰਨੇ ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਬਣੇਗੀ। ਪਹਿਲਾਂ ਤਾਂ ਆਪਾਂ ਇਹ ਦੇਖ ਲੈਂਦੇ 1 ਆਰਡਰ ਦੀ ਬਣੇਗੀ ਕਿਉਂਕਿ 1 ਕਾਂਸਟੈਂਟ ਹੈ, ਠੀਕ ਹੈ ਗੱਲ। ਤੇ ਆਪਾਂ ਸੋਲਵ ਕਰ ਲੈਂਦੇ ਹਾਂ। ਤਾਂ ਇਹ ਮੇਰੇ ਕੋਲ ਹੈ y ਇਜ਼ ਇਕੁਅਲ ਟੂ mx। ਤਾਂ ਮੈਂ ਅਗਰ ਡੈਰੀਵੇਟਿਵ ਕਰਾਂ ਇਹਦਾ, ਇਹ ਬਣ ਜਾਏਗਾ m ਦੀ ਵੈਲੂ ਦੁਬਾਰੇ ਮੈਂ ਇੱਥੇ ਪੁੱਟ ਕਰ ਦਾਂਗਾ, ਇਹ ਬਣ ਜੂ y dy/dx ਇੰਟੂ x। ਤਾਂ ਮਤਲਬ ਇਹ ਬਣ ਗਿਆ y ਇਜ਼ ਇਕੁਅਲ ਟੂ y ਡੈਸ਼ x। ਤਾਂ ਮੇਰਾ ਆਨਸਰ ਕੀ ਆ ਜਾਏਗਾ ਇਹਦੇ ਵਿੱਚ, B ਆਨਸਰ ਆ ਜਾਏਗਾ। 21st ਸਮ ਦੇ ਵਿੱਚ ਹੈ ਦ ਡਿਫਰੈਂਸ਼ੀਅਲ ਇਕੁਏਸ਼ਨ ਆਫ ਦਾ ਫੈਮਿਲੀ ਆਫ ਕਰਵਸ ਆਫ y ਇਜ਼ ਇਕੁਅਲ ਟੂ mx ਪਲੱਸ c। ਜਿਹੜੀ ਇਹ ਫੈਮਿਲੀ ਆਫ ਕਰਵਸ ਦਿੱਤੀ ਹੋਈ ਹੈ, ਇਸ ਦੀ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਫਾਈਂਡ ਆਊਟ ਕਰਨੀ ਹੈ। ਤਾਂ ਮੈਨੂੰ ਪਤਾ ਇਹਦੇ ਵਿੱਚ ਨੰਬਰ ਆਫ ਆਰਬਿਟਰੀ ਕਾਂਸਟੈਂਟ ਕਿੰਨੇ ਨੇ 2। ਤਾਂ ਇਹਦਾ ਮਤਲਬ ਇਹਦਾ 2 ਟਾਈਮਸ ਡੈਰੀਵੇਟਿਵ ਹੋਏਗਾ। ਤਾਂ ਇਹਦਾ ਮੈਂ ਡੈਰੀਵੇਟਿਵ ਕਰਾਂ, ਇਹ ਬਣ ਜਾਏਗਾ m, ਠੀਕ ਹੈ। c ਦਾ ਡੈਰੀਵੇਟਿਵ 0 ਹੋ ਜਾਏਗਾ, x ਦਾ 1 ਬਣ ਜਾਏਗਾ। ਇੱਕ ਵਾਰੀ ਹੋਰ ਡੈਰੀਵੇਟਿਵ ਕਰਾਂ ਤਾਂ ਇਹ ਬਣ ਜਾਏਗਾ 0। ਇਹਦਾ ਮਤਲਬ ਜੋ ਇਹਦਾ ਆਨਸਰ ਬਣੇਗਾ ਉਹ ਹੀ ਬਣੇਗਾ, ਇਹ ਬਣੇਗਾ, ਠੀਕ ਹੈ। ਇਸ ਤੋਂ ਬਾਅਦ ਅੱਜ ਦਾ ਲਾਸਟ ਸਮ ਹੈ ਦ ਡਿਫਰੈਂਸ਼ੀਅਲ ਇਕੁਏਸ਼ਨ ਆਫ ਆਲ ਦਾ ਸਰਕਲਸ ਵਿਦ ਸੈਂਟਰ ਐਟ ਦਾ ਓਰੀਜਨ। ਤਾਂ ਸਾਨੂੰ ਪਤਾ ਸਰਕਲ ਦੀ ਇਕੁਏਸ਼ਨ ਕੀ ਹੁੰਦੀ ਹੈ, ਐਕਸ ਮਾਈਨਸ ਐਚ ਦਾ ਸਕੁਅਰ ਪਲੱਸ ਵਾਈ ਮਾਈਨਸ ਕੇ ਦਾ ਸਕੁਅਰ ਇਜ਼ ਇਕੁਅਲ ਟੂ ਆਰ ਸਕੁਅਰ। ਅਤੇ ਐਚ ਅਤੇ ਕੇ ਕੀ ਹੁੰਦੇ ਨੇ, ਸੈਂਟਰ ਹੁੰਦੇ ਨੇ, ਜਿਹੜੇ ਕਿ ਸਾਨੂੰ ਇਸ ਕੁਐਸਚਨ ਦੇ ਵਿੱਚ ਕੀ ਦਿੱਤੇ ਹੋਏ ਨੇ 0 0। ਤਾਂ ਇਹ ਬਣ ਜਾਏਗਾ ਐਕਸ ਮਾਈਨਸ 0 ਦਾ ਸਕੁਅਰ ਵਾਈ ਮਾਈਨਸ ਕੇ ਦਾ 0 ਦਾ ਸਕੁਅਰ ਇਜ਼ ਇਕੁਅਲ ਟੂ ਆਰ ਸਕੁਅਰ। ਅਤੇ ਇਹ ਬਣ ਜਾਏਗਾ ਐਕਸ ਸਕੁਅਰ ਪਲੱਸ ਵਾਈ ਸਕੁਅਰ ਇਜ਼ ਇਕੁਅਲ ਟੂ ਆਰ ਸਕੁਅਰ। ਤਾਂ ਅਗਰ ਇਹਦਾ ਮੈਂ ਡੈਰੀਵੇਟਿਵ ਕਰਾਂ, ਇਹ ਬਣ ਜਾਏਗਾ 2x ਪਲੱਸ 2y dy/dx ਇਜ਼ ਇਕੁਅਲ ਟੂ 0। ਤਾਂ 2 ਕਾਮਨ ਨਿਕਲ ਕੇ ਇੱਧਰ ਚੱਲ ਜਾਏਗਾ, 0 ਹੋ ਜਾਏਗਾ। ਇਹ ਬਣ ਜਾਏਗਾ x ਪਲੱਸ y dy/dx ਇਕੁਅਲ ਟੂ 0। ਤਾਂ ਇਸ ਨੂੰ ਮੈਂ ਲਿਖ ਸਕਦਾ x dx ਪਲੱਸ y dy ਇਜ਼ ਇਕੁਅਲ ਟੂ 0, ਜਿਹੜਾ ਕਿ ਸਾਡਾ ਇਹ ਆਨਸਰ ਕਰੈਕਟ ਹੋਇਆ। ਫਰੈਂਡਸ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਦੇ ਇੰਪੋਰਟੈਂਟ MCQ ਡਿਸਕਸ ਕੀਤੇ। ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਕੋਈ ਹੋਰ ਟੌਪਿਕ ਦੇ MCQ ਡਿਸਕਸ ਕਰਾਂਗੇ। ਥੈਂਕ ਯੂ।